ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਅੱਜ ਆਪਾਂ ਆਪਣੀ ਪ੍ਰਤਾਪੀ ਸੀਰੀਜ਼ ਦਾ ਲਾਸਟ ਲੈਕਚਰ ਕਰਾਂਗੇ ਬਈ, ਲਾਸਟ ਕਲਾਸ ਕਰਾਂਗੇ। ਯਾਨੀ ਅੱਜ ਵਾਰੀ ਹੈ 31ਵੇਂ ਸੈੱਟ ਕਰਨ ਦੀ। ਠੀਕ ਹੈ, 31 ਸੈੱਟ ਅੱਜ ਆਪਣੇ ਕੰਪਲੀਟ ਹੋ ਜਾਣਗੇ ਤੇ ਅੱਜ ਹੀ ਆਪਾਂ ਡਿਸਕਸ ਕਰਾਂਗੇ ਫ੍ਰੀ PDF ਬਾਰੇ, ਕਿਉਂਕਿ ਬਹੁਤ ਜਿਹੇ ਸਟੂਡੈਂਟਸ ਦੇ ਮੈਸੇਜ ਆ ਰਹੇ ਆ ਸਰ ਕਿ ਥੰਬਨੇਲ ਦੇ ਉੱਤੇ ਤੁਸੀਂ ਫ੍ਰੀ PDF ਲਿਖਿਆ ਹੋਇਆ ਬਟ ਫ੍ਰੀ PDF ਮਿਲਦੀ ਤਾਂ ਹੈ ਨਹੀਂ ਕਿਤੇ। ਅੱਜ ਤੁਹਾਨੂੰ ਫ੍ਰੀ PDF ਬਾਰੇ ਵੀ ਮੈਂ ਦੱਸ ਦੂੰਗਾ ਕਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਜਿਹੜੇ ਬੱਚੇ ਨਵੇਂ ਹੈਗੇ ਆ ਚੈਨਲ ਦੇ ਉੱਤੇ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਠੀਕ ਹੈ, ਸਬਸਕ੍ਰਾਈਬ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੇ 31 ਸੈੱਟ ਆਪਾਂ ਨੇ ਕਰੇ ਆ ਇਹ ਤੁਹਾਨੂੰ ਇੱਕ ਪਲੇਲਿਸਟ 'ਚ ਮਿਲ ਜਾਣਗੇ, ਪ੍ਰਤਾਪੀ MCQ ਸੀਰੀਜ਼ ਇਹ ਪਲੇਲਿਸਟ ਹੈਗੀ ਹੈ। ਇੱਥੇ ਜਾਓ, ਪਿਛਲੇ ਵਾਲੀ 30 ਕਲਾਸਾਂ ਵੀ ਜ਼ਰੂਰ ਲਗਾਓ। ਆਪਾਂ ਹਰ ਕਲਾਸ ਦੇ ਵਿੱਚ 30 ਕੁਐਸਚਨ ਡਿਸਕਸ ਕਰਦੇ ਹਾਂ। ਠੀਕ ਹੈ, 30 GK ਦੇ ਕੁਐਸਚਨ ਡਿਸਕਸ ਕਰਦੇ ਆ, ਯਾਨੀ ਆਪਣੀ 31 ਸੈੱਟ ਹੋ ਚੁੱਕੇ ਆ ਲਗਭਗ ਬਈ 930 ਦੇ ਨੇੜੇ ਤੇੜੇ ਆਪਾਂ ਨੇ ਕੁਐਸਚਨ ਡਿਸਕਸ ਕਰ ਲਏ। ਓਕੇ, ਇਹ ਜਿਹੜੇ ਕੁਐਸਚਨ ਹੈਗੇ ਆ ਮਿਕਸ GK ਦੇ ਹੈਗੇ ਆ ਬਈ, ਸਾਇੰਸ, ਆਰਟ ਐਂਡ ਕਲਚਰ, ਹਿਸਟਰੀ, ਪੋਲਿਟੀ, ਜਿਓਗ੍ਰਾਫੀ, ਇਕਨੋਮੀ, ਸਾਰੇ ਟੌਪਿਕਾਂ ਤੋਂ ਕੁਐਸਚਨ ਆਪਾਂ ਨੇ ਕਵਰ ਕਰ ਲਏ। ਠੀਕ ਹੈ, ਆਉਣ ਵਾਲੇ ਜਿੰਨੇ ਵੀ ਤੁਹਾਡੇ ਐਗਜ਼ਾਮ ਹੈਗੇ ਆ, ਠੀਕ ਹੈ, ਚਾਹੇ SSSB ਕਲਰਕ ਦਾ ਹੋਵੇ, ਪੰਜਾਬ ਪੁਲਿਸ 2023, ਗ੍ਰਾਮ ਸੇਵਕ ਵੀਡੀਓ, ਚੰਡੀਗੜ੍ਹ ਪੁਲਿਸ, ਜਾਂ ਇਸ ਤੋਂ ਇਲਾਵਾ ਕੋਈ ਵੀ ਹੋਰ ਵੀ ਹੋਵੇ, ਸਾਰਿਆਂ ਵਾਸਤੇ ਇਹ ਵਧੀਆ ਹੀ ਹੈ ਬਈ। ਠੀਕ ਹੈ, ਚਲੋ ਜੀ, ਹੁਣ ਆਪਾਂ ਗੱਲ ਕਰਾਂਗੇ ਫ੍ਰੀ PDF ਬਾਰੇ। ਠੀਕ ਹੈ, ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਬਈ ਫ੍ਰੀ PDF ਕਿੱਥੋਂ ਮਿਲੇਗੀ, ਠੀਕ ਹੈ, ਤਾਂ ਪਹਿਲੀ ਗੱਲ ਤਾਂ ਇਹ ਹੈ, ਇਹ ਆਪਣੀ ਐਪ ਹੈ। ਠੀਕ ਹੈ, ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਪਲੇ ਸਟੋਰ ਤੇ ਜਾ ਕੇ ਇਹ ਐਪ ਡਾਊਨਲੋਡ ਕਰ ਲਓ। ਠੀਕ ਹੈ, ਜਿਹੜੀ PDF ਮਿਲੇਗੀ ਬਈ 31 ਦੇ 31 ਸੈੱਟਾਂ ਦੀ ਇਕੱਠੀ PDF ਮਿਲੇਗੀ ਤੁਹਾਨੂੰ। ਠੀਕ ਹੈ, ਅੱਜ ਆਖਰੀ ਸੈੱਟ ਹੈ, ਅੱਜ ਆਖਰੀ ਸੈੱਟ ਰਿਕਾਰਡ ਕਰਨ ਤੋਂ ਬਾਅਦ ਮੈਂ 31 ਸੈੱਟਾਂ ਦੀ ਇਕੱਠੀ PDF ਤੁਹਾਡੇ ਵਾਸਤੇ ਪ੍ਰੋਵਾਈਡ ਕਰਾ ਦਾਂਗਾ। ਇਹ PDF ਦੇ ਵਿੱਚ ਇਹ PDF ਸਿਰਫ ਔਰ ਸਿਰਫ ਪ੍ਰੈਕਟਿਸ ਵਾਸਤੇ ਹੋਏਗੀ। ਠੀਕ ਹੈ, ਪ੍ਰੈਕਟਿਸ ਵਾਸਤੇ ਤੁਹਾਨੂੰ ਮਿਲੇਗੀ। ਇਹਦੇ ਵਿੱਚ ਵਿਦਆਊਟ, ਮਤਲਬ ਇਹ ਪ੍ਰੈਕਟਿਸ PDF ਦਾ ਮਤਲਬ ਹੈ ਵਿਦਆਊਟ ਆਨਸਰ ਨਹੀਂ ਹੋਣਗੇ ਬਾਈ, ਵਿਦਆਊਟ ਆਨਸਰ ਕੀ ਮਿਲੇਗੀ। ਠੀਕ ਹੈ, ਵਿਦਆਊਟ ਆਨਸਰ, ਤਾਂ ਕਿ ਜਿਹੜੀ ਤੁਸੀਂ 31 ਕਲਾਸਾਂ ਲਾਈਆਂ ਉਹਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਯਾਦ ਹੈ, ਤੁਸੀਂ ਉਹਨੂੰ ਇੱਕ ਟੈਸਟ ਦੇ ਤੌਰ ਤੇ ਯੂਜ਼ ਕਰ ਸਕੋ। ਠੀਕ ਹੈ ਨਾ, ਟੈਸਟ ਦੇ ਤੌਰ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਨੂੰ ਕਿੰਨੇ ਕੁਐਸਚਨ ਉਹਨਾਂ ਦੇ ਵਿੱਚੋਂ ਯਾਦ ਹੈਗੇ ਆ। ਠੀਕ ਹੈ, ਪ੍ਰੈਕਟਿਸ ਤੁਸੀਂ ਕਰ ਸਕਦੇ ਹੋ। ਤਾਂ 31 ਸੈੱਟਾਂ ਦੀ PDF ਜਿਹੜੀ ਹੈਗੀ ਹੈ ਉਹ ਤੁਹਾਨੂੰ ਐਪ ਦੇ ਉੱਤੇ ਵੀ ਮਿਲ ਜਾਏਗੀ। ਫ੍ਰੀ ਸਟੱਡੀ ਮਟੀਰੀਅਲ, ਐਪ ਦੇ ਵਿੱਚ ਜਾਓਗੇ, ਫ੍ਰੀ ਸਟੱਡੀ ਮਟੀਰੀਅਲ ਦੇ ਨਾਂ ਤੋਂ ਫੋਲਡਰ ਹੈ, ਉੱਥੇ ਮਿਲ ਜਾਏਗਾ। ਕੁਝ ਵੀ ਪੇ ਕਰਨ ਦੀ ਲੋੜ ਨਹੀਂ ਹੈਗੀ, ਫ੍ਰੀ ਮਿਲ ਜਾਏਗੀ। ਐਪ ਡਾਊਨਲੋਡ ਕਰ ਲਿਓ। ਇਸ ਤੋਂ ਇਲਾਵਾ ਪ੍ਰਤਾਪ ਅਕੈਡਮੀ ਦਾ ਟੈਲੀਗ੍ਰਾਮ ਚੈਨਲ ਹੈ, ਉੱਥੇ ਵੀ ਮਿਲ ਜਾਏਗੀ। ਠੀਕ ਹੈ, ਅੰਕਿਤ ਸਿੰਘ ਰਾਣਾ ਆਫੀਸ਼ੀਅਲ ਦੇ ਨਾਂ ਤੋਂ ਟੈਲੀਗ੍ਰਾਮ ਚੈਨਲ ਹੈ, ਇੱਥੇ ਵੀ ਮਿਲ ਜਾਏਗੀ ਬਈ। ਜਿੱਥੋਂ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉੱਥੋਂ ਕਰ ਸਕਦੇ ਹੋ। ਪ੍ਰੈਕਟਿਸ ਵਾਸਤੇ ਤੁਹਾਨੂੰ 31 ਦੇ 31 ਸੈੱਟਾਂ ਦੀ ਫ੍ਰੀ PDF ਮਿਲ ਜਾਏਗੀ। ਅੰਡਰਸਟੈਂਡ, ਹੁਣੇ ਜਾ ਕੇ ਚੈੱਕ ਕਰ ਲਓ, ਹੁਣੇ ਮਿਲ ਜਾਏਗੀ, ਕੋਈ ਇਸ਼ੂ ਨਹੀਂ ਹੈਗਾ। ਠੀਕ ਹੈ, ਚਲੋ ਫਿਰ ਹੁਣ ਆਪਾਂ ਆਪਣੀ ਕਲਾਸ ਨੂੰ ਸਟਾਰਟ ਕਰਦੇ ਹਾਂ। ਅੱਜ ਆਖਰੀ ਕਲਾਸ ਹੈ ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਕੁਐਸਚਨ ਸੌਖੇ ਹੈ ਨਾ, ਤਾਂ ਅੱਜ ਤੁਹਾਡੇ ਨੰਬਰ 30 ਦੇ ਵਿੱਚੋਂ 30 ਆਣੇ ਚਾਹੀਦੇ ਆ। ਠੀਕ ਹੈ, ਓਕੇ ਬਈ। ਐਂਡ ਦੇ ਵਿੱਚ ਕਮੈਂਟ ਕਰਕੇ ਸਾਰਿਆਂ ਨੇ ਜ਼ਰੂਰ ਦੱਸਣਾ ਹੈ ਬਈ ਕਿੰਨੇ ਮਾਰਕਸ ਤੁਹਾਡੇ ਬਣੇ ਆ 30 ਦੇ ਵਿੱਚੋਂ, ਇਹ ਜ਼ਰੂਰੀ ਹੈ। ਓਕੇ, ਚਲੋ ਫਿਰ ਕਰੀਏ ਸਟਾਰਟ। ਪਹਿਲਾ ਕੁਐਸਚਨ ਕੀ ਹੈ, ਹੇਠਾਂ ਦਿੱਤੇ ਗ੍ਰਹਿਆਂ ਵਿੱਚੋਂ ਕਿਸ ਨੂੰ ਅੰਦਰੂਨੀ ਗ੍ਰਹਿ ਮੰਨਿਆ ਜਾਂਦਾ ਹੈ। ਅੰਦਰੂਨੀ ਗ੍ਰਹਿ ਤੋਂ ਕੀ ਭਾਵ ਹੈ ਬਈ, ਦੇਖੋ ਆਪਣੇ 8 ਗ੍ਰਹਿ ਹੁੰਦੇ ਆ। ਠੀਕ ਹੈ, ਇਹ ਹੋ ਗਿਆ ਜੀ ਸੂਰਜ, ਸੂਰਜ ਤੋਂ ਸਭ ਤੋਂ ਪਹਿਲਾਂ ਆ ਗਿਆ ਜੀ ਬੁੱਧ ਗ੍ਰਹਿ, ਸ਼ੁੱਕਰ ਗ੍ਰਹਿ ਆ ਗਿਆ, ਆਪਣੀ ਧਰਤੀ ਆ ਗਈ, ਮੰਗਲ ਆ ਗਿਆ। ਇਹ ਜਿਹੜੇ 4 ਗ੍ਰਹਿ ਹੁੰਦੇ ਆ ਇਹਨਾਂ ਨੂੰ ਬੋਲਦੇ ਆ ਆਪਾਂ ਇਨਰ ਪਲੈਨਟ, ਯਾਨੀ ਅੰਦਰੂਨੀ ਗ੍ਰਹਿ। ਅੰਡਰਸਟੈਂਡ, ਮਰਕਰੀ, ਵੀਨਸ, ਅਰਥ ਐਂਡ ਮਾਰਸ। ਫਿਰ ਆਉਂਦੀ ਹੈ ਐਸਟਰੋਇਡ ਬੈਲਟ, ਛੋਟੇ ਛੋਟੇ ਐਸਟਰੋਇਡ ਹੈਗੇ ਆ ਜੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ। ਇਹਨਾਂ ਐਸਟਰੋਇਡ ਬੈਲਟਸ ਤੋਂ ਬਾਅਦ ਆਉਂਦੇ ਆ ਬਾਹਰੀ ਗ੍ਰਹਿ। ਸਭ ਤੋਂ ਪਹਿਲਾਂ ਆ ਗਿਆ ਜੁਪੀਟਰ, ਫਿਰ ਆ ਗਿਆ ਸ਼ਨੀ, ਅਰੁਣ, ਵਰੁਣ। ਇਹ ਹੋ ਗਏ 4 ਬਾਹਰ ਵਾਲੇ ਗ੍ਰਹਿ, ਇਹਨੂੰ ਆਪਾਂ ਬੋਲਦੇ ਆ ਆਊਟਰ ਪਲੈਨਟ। ਠੀਕ ਹੈ, ਤਾਂ ਹੁਣ ਦੇਖ ਲਓ ਬਈ ਇਹਨਾਂ ਨੇ ਇਨਰ ਪਲੈਨਟ ਪੁੱਛਿਆ, ਅੰਦਰੂਨੀ ਗ੍ਰਹਿ, ਤਾਂ ਇਹ ਜੁਪੀਟਰ ਸੀਗਾ, ਇਹ ਸ਼ਨੀ ਹੈ। ਠੀਕ ਹੈ, ਇਹ ਅਰੁਣ ਵਰੁਣ ਯਾਨੀ ਯੂਰੇਨਸ ਤੇ ਨੈਪਚੂਨ। ਠੀਕ ਹੈ, ਤਾਂ ਜੁਪੀਟਰ ਵੀ ਬਾਹਰੀ ਗ੍ਰਹਿ ਹੈ, ਨੈਪਚੂਨ ਵੀ ਬਾਹਰੀ ਗ੍ਰਹਿ ਹੈ, ਪਲੂਟੋ ਤਾਂ ਗ੍ਰਹਿ ਹੀ ਨਹੀਂ ਹੈਗਾ ਵਿਚਾਰਾ, ਇਹ ਬੋਨਾ ਗ੍ਰਹਿ ਹੈ, ਤੇ ਇਹ ਹੈਗਾ ਵੀਨਸ ਯਾਨੀ ਅੰਦਰੂਨੀ ਗ੍ਰਹਿ। ਤਾਂ ਰਾਈਟ ਆਂਸਰ ਆਪਣਾ ਕਿਹੜਾ ਹੋ ਗਿਆ, ਡੀ ਹੋ ਗਿਆ ਬਾਈ, ਵੀਨਸ।
अंडरस्टैंड, पक्का। चलो फिर अगे चलते हैं, एक बार मैं ब्राइटनेस चेक कर ला। ओके ठीक है, चलो भाई अगले क्वेश्चन पे आ जाओ। हाँ जी, निवारक नज़रबंदी एक्ट ਨੂੰ पार्लीमेंट द्वारा साल डैश ਵਿੱਚ पास कराया गया ਸੀਗਾ। ਤਾਂ ਪੋਲਿਟੀ ਤੋਂ ਕੁਐਸਚਨ ਹੈ ਬਿਲਕੁਲ ਬੇਸਿਕ ਜਿਹਾ, ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜਦੋਂ ਪੋਲਿਟੀ ਦੇ ਕੁਐਸਚਨ ਕਰ ਰਹੇ ਸੀ ਕਿ ਆਪਾਂ ਪੋਲਿਟੀ ਦੀ ਪ੍ਰੈਕਟਿਸ ਕਰ ਰਹੇ ਸੀ, ਤਾਂ ਉਸ ਟਾਈਮ ਆਪਾਂ ਇਹਨੂੰ ਕਰ ਚੁੱਕੇ ਹਾਂ। ਪ੍ਰੀਵੈਂਟਿਵ ਡਿਟੇਨ ਐਕਟ, ਠੀਕ ਹੈ, ਨਿਵਾਰਕ ਨਜ਼ਰਬੰਦੀ ਐਕਟ, ਇਹ ਲਾਗੂ ਹੋਇਆ ਸੀਗਾ 1950 ਦੇ ਵਿੱਚ, 1950 ਦੇ ਵਿੱਚ, ਠੀਕ ਹੈ। ਚਲੋ ਨੈਕਸਟ ਆਓ, वर्तमान ਦੇ ਵਿੱਚ ਕਿਹੜੀ ਕੰਪਨੀ ਇੰਸਟਾਗ੍ਰਾਮ ਦੀ ਮਾਲਕ ਹੈ? ਇਹ ਬਹੁਤ ਕੁਝ ਬਾਰ ਕਰ ਚੁੱਕੇ ਆਪਾਂ ਕੁਐਸਚਨ, ਮੈਟਾ ਯਾਨੀ ਫੇਸਬੁੱਕ। ਚਲੋ ਅੱਗੇ ਆਓ, ਭਾਰਤੀ ਸੰਵਿਧਾਨ ਦੀ ਹੇਠ ਲਿਖੀ ਧਾਰਾਵਾਂ ਵਿੱਚੋਂ ਕਿਹੜਾ ਸਾਲਾਨਾ ਵਿੱਤੀ ਬਿਆਨ ਨਾਲ ਸੰਬੰਧਿਤ ਹੈ? ਸਾਲਾਨਾ ਵਿੱਤੀ ਬਿਆਨ मतलब सालाना ਵਿੱਤੀ ਲੇਖਾ ਜੋਖਾ, ठीक है। सालाना ਵਿੱਤੀ ਲੇਖਾ ਜੋਖਾ मतलब अंग्रेजी च याद रखना एनुअल फाइनेंशियल स्टेटमेंट। बई एनुअल फाइनेंशियल स्टेटमेंट ਇਹਦਾ मतलब की है? ਇਹਦਾ मतलब है बजट। ਇਹਦਾ मतलब की है? बजट की गल हो रही है भाई। बहुत ही कॉमन, बहुत ही इंपोर्टेंट ते बहुत ही सौखा क्वेश्चन है। बहुत ही कॉमन, बहुत ही सौखा, बहुत ही इंपोर्टेंट क्वेश्चन केड़ा है? एनुअल फाइनेंशियल स्टेटमेंट यानी सालाना वित्तीय लेखा जोखा, सालाना वित्तीय बयान का आर्टिकल केड़ा है? आर्टिकल 112 आर्टिकल 112 याद रखना है, बहुत जरूरी है। चलो फिर अगे आ जाओ, भारत विच अंतरराज्य कौंसिल की स्थापना कदों हुई सी? इंटर स्टेट काउंसिल, अंतरराज्य काउंसिल की स्थापना ये भी कितनी बार कर चुके हैं, सन 1990 की गल है। चलो अगे आओ, हेठा लिखे विचों किहड़ा विटामिन शरीर दे विच कैल्शियम की मात्रा वधाउंदा है? तो आपां ने जो विटामिन वाली क्लास करी सी, जिन्हां बच्चों ने विटामिन की क्लास नहीं लगाई, बई एक क्लास मैं स्पेशल लाई सी साइंस की विटामिना बारे, क्योंकि विटामिनों के उत्ते क्वेश्चन आता है, तो वह जरूर लगानी है सारिਆਂ ने। विटामिन लिख के सर्च कर लियो, विटामिन प्रताप अकैडमी इदा लिख के, या विटामिन वाई प्रताप अकैडमी इदा करके सर्च कर लियो। साइंस की क्लास है, सारे विटामिन मैं तुहानूं कराए हैं, ईवन जेडे विटामिन तुसीं सुने भी नहीं होने, HMP वगैरह वो भी कराए हैं, ठीक है। तो कैल्शियम की मात्रा वधाउंदा है, देखो कैल्शियम की मात्रा वधाउंदा, कैल्शियम हड्डियां वास्ते वधिया हुंदा है ना। और जे विटामिनां की गल करिए, किहड़ा विटामिन हड्डियां वास्ते वधिया हुंदा है? विटामिन डी हुंदा है। ओके, विटामिन डी राइट आंसर है। विटामिन डी का नाम की हैगा आ? जिन्हां बच्चों ने कमेंट, जिन्हां बच्चों ने वीडियो की, जिन्हां बच्चों ने विटामिन की क्लास लगाई है, उन्होंने कमेंट करके दसना है विटामिन डी का नाम की है, ठीक है। चलो अगे, बाकी विटामिन ए अखां वास्ते वधिया हुंदा है, विटामिन सी स्किन वास्ते वधिया हुंदा है, विटामिन ई अपना प्रोडक्शन सिस्टम हुंदा है, रिप्रोडक्शन सिस्टम उहदे वास्ते वधिया हुंदा है, प्रजनन शक्ति नूं इंप्रूव करता है। ये सारे याद रखने हैं। डी हड्डियां वास्ते वधिया हुंदा है। चलो बई नैक्सट आओ, 2011 की जनगणना के अनुसार किस राज्य विच जन्म समय सब तो वध उम्र की संभावना है? उम्र की संभावना, हाईएस्ट लाइफ एक्सपेक्टेंसी, ये है एक्सपेक्टेंसी, है ना, जीवन की सब तो ज्यादा संभावना, जन्म के समय सब तो वध मतलब उम्र की संभावना या जीवन की संभावना कित्थे है? तो यह है केरल दे विच। कित्थे है? केरल दे विच। जनगणना तो पिछली बार बहुत क्वेश्चन आए थे, तो जनगणना के क्वेश्चन सारे करके जाने इस बार, ठीक है। मे भी इस बार भी थोड़ा क्वेश्चन जरूर मिले, क्योंकि इस बार जनगणना नई सिरे चढ़ी है, ठीक है। तो ये न्यूज़ के ही है टॉपिक। जिगर द्वारा पैदा और पित्ते के ब्लैडर में स्टोर किए जाने वाला बाइल जूस मुख्य तौर पर डैश के टुटन में मदद करता है। तो देखो, जिगर द्वारा पैदा कराया जाता है, जिगर के द्वारा इनू पैदा कराया जाता है, ठीक है, लीवर द्वारा, ठीक है। ਅਤੇ ਪਿੱਤੇ ਦੇ ਬਲੈਡਰ ਵਿੱਚ ਇਹ ਸਟੋਰ ਹੁੰਦਾ ਹੈ, ਪਿੱਤਾ ਹੁੰਦਾ ਹੈ ਸਰੀਰ ਦੇ ਵਿੱਚ, ਉਹਦੇ ਬਲੈਡਰ ਦੇ ਵਿੱਚ ਇਹ ਸਟੋਰ ਹੋ ਜਾਂਦਾ ਹੈ। ਕਿਹੜਾ ਜੂਸ ਹੈ? ਬਾਈਲ ਜੂਸ ਹੈ, ਬਾਈਲ ਜੂਸ। ਬਾਈਲ ਜੂਸ ਦਾ ਫਾਇਦਾ ਕੀ ਹੈ? ਬਾਈਲ ਜੂਸ ਦਾ ਫਾਇਦਾ ਜਿਹੜਾ ਆਪਾਂ ਫੈਟ ਕੰਜ਼ਿਊਮ ਕਰਦੇ ਆ, ਇਹ ਫੈਟ ਨੂੰ ਪਚਾਉਣ ਦੇ ਵਿੱਚ, ਫੈਟ ਨੂੰ ਤੋੜਨ ਦੇ ਵਿੱਚ ਮਦਦ ਕਰਦਾ ਹੈ। ਤਾਂ ਇਹਦਾ ਆਨਸਰ ਆ ਜਾਏਗਾ ਫੈਟ, ਠੀਕ ਹੈ। ਬਾਈਲ ਜੂਸ ਕਿਹਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ? ਫੈਟ ਨੂੰ ਪਚਾਉਣ 'ਚ ਮਦਦ ਕਰਦਾ ਹੈ। ਨੈਕਸਟ ਦੱਸੋ ਜੀ, ਬਕਸਰ ਦੀ ਲੜਾਈ ਦਾ ਫੌਰੀ ਨਤੀਜਾ ਕੀ ਸੀਗਾ? बक्सर की लड़ाई का फौरी नतीजा की सी? बक्सर की लड़ाई का फौरी नतीजा, तो बक्सर की लड़ाई आपां पता भी कदों हुई है? 1764 च हुई है। कदों हुई है? 1764 दे विच। एक साइड 3 बंदियां दी तिकड़ी सीगी बई, बंगाल का नवाब, अवध का नवाब ते दिल्ली का मुगल बादशाह, ये 3 बंदे इकट्ठे होए, ते दूजी साइड सीगे अंग्रेज, है ना। ते बक्सर दे विच लड़ाई हुई है, इहनूं बैटल ऑफ बक्सर कहा जाता है। ये तीनों के 3 हार गए। उस तो बाद हारन तो बाद संधि हुई है, उन्होंने इलाहाबाद की संधि कहा जाता है। की कहा जाता है? इलाहाबाद की संधि,
ठीक है। बाकी मैं तुहानू मॉडर्न हिस्टरी दे विच पूरी डिटेल च कराई है इलाहाबाद की संधि। ओके चलो जी। हाँ जी, जल्दी सुनवाई का अधिकार यानी राइट टू स्पीडी ट्रायल, ठीक है जी। ये भारतीय संविधान की हेठ लिखी धारावां विचों किस दे अधीन हैं, ये दसो बई। ठीक है, जल्दी सुनवाई का अधिकार किहड़ी धारा के अधीन आंदा है, तो ये धारा 21 के ही अधीन आंदा है, धारा 21 के अधीन ही आउंदा है बई। ठीक है, चलो नाल दी नाल नोट करे जो बई किन्ने क्वेश्चन थोड़े सही हुए हैं। ठीक है, 30 के विचों किन्ने मार्क्स बनते हैं, सारे ने कमेंट करके जरूर दसना। नैक्सट है जी घरेलू हिंसा तो औरतां दी सुरक्षा एक्ट। एक एक्ट आया सीगा पार्लीमेंट का जिहदे च मतलब औरतों को घरेलू हिंसा का जी औरतें शिकार होंगी है, डोमैसटिक वायलेंस का शिकार होंगी है, उन्होंने बचाने वास्ते है ना एक एक्ट आया सीगा जिन्होंने कहा जाता है प्रोटैक्शन ऑफ वूमेन फ्रॉम डोमैसटिक वायलेंस। किहड़ा एक्ट है? एक्ट हैगा प्रोटैक्शन ऑफ वूमेन फ्रॉम डोमैसटिक वायलेंस। डोमैसटिक मतलब घरेलू हिंसा। तो इस एक्ट दे विच लिखिया होया कि डोमैसटिक वायलेंस क्या की मतलब डोमैसटिक वायलेंस दे विच की चीज़ आती है ना, किहड़े काम डोमैसटिक वायलेंस दे विच आंदे आ, किहड़े काम घरेलू हिंसा दे विच आंदे हैं। ठीक है, तो ये देखो सोशल अब्यूज मतलब दुर्व्यवहार करना एक तरह नाल, है ना। तो समाजिक दुर्व्यवहार, फिजिकल दुर्व्यवहार, इकनोमिक दुर्व्यवहार, सैक्सुअल दुर्व्यवहार, है ना। ये सारे दे विचों सोशल अब्यूज जिहड़ा हैगा वो इहदे विच शामिल नहीं है, घरेलू हिंसा दे परिभाषा दे विच शामिल नहीं है। और ये जिहड़े दुर्व्यवहार हैगे आ, फिजिकल है चाहे सैक्सुअल है चाहे इकोनॉमिक है, ये सारे घरेलू हिंसा दे विच शामिल है, सोशल अब्यूज नहीं शामिल है भाई। ओके, याद रखना है। चलो गया हेठा दिते विचों किहड़ा एक परिवर्तनशील जोन बनाउंदा है जिथे नदी समुद्र विच मिल जाती है। तो यह दसना भी एक परिवर्तनशील जोन बनता है, मतलब अजिहा जोन बनता है जिथे परिवर्तन हो रहा है कुछ, है ना, जिथे नदी समुद्र विच मिलती है। तो जो नदी समुद्र दे विच मिलती है दो ही चीज़ां होंदियां बई, या तो समुद्र के किनारे डेल्टा बनता है या फिर डेल्टा नहीं बनता। जिथे डेल्टा नहीं बनता उन्होंने आप एस्चुरी बोलते हैं। ठीक है, जियोग्राफी च आपने पढ़िया, जिन्हें बच्चे को नहीं समझ आया मैं उन्होंने दसदा। ठीक है, मान लो बई ये हो गया समुद्र, ये सारा की है, ये सारा का सारा हैगा समुद्र भाई। ओके, ये सारा की है समुद्र है, तो ये कोई रिवर आ रही है, ये कोई रिवर है। ठीक है, जिदा ये समुद्र के नेड़े पहुंचेगी आंदे आंदे ਇਹਦਾ ਜਿਹੜਾ मूँह है वो चौड़ा होंदा चले जाएगा। ठीक है, क्योंकि ये बहुत ज़्यादा गाद होंदी है, गाद समुद्र के किनारे आके बिछनी शुरू हो जाती है, जिदे करके पिछले वाले पानी को रस्ता नहीं मिलता, तो नदी फैलनी शुरू हो जाती है, इदा फैल जाती है। तो ये जो एरिया होया इनू आप डेल्टा बोलते हैं, ये जो बनया इनू आप की बोलते हैं, डेल्टा बोलते हैं बई, ये डेल्टा बन गया। ठीक है, तो जे तो डेल्टा बनता है तो इनू डेल्टा बोलांगे, जे डेल्टा नहीं बनता कई बार की होंदा है नदी सीधी आके समुद्र च चली जाती है, बस थोड़ा बहुता ही इत्थे फैलती है, उन्होंने आप एस्चुरी बोलते हैं। की बोलते हैं? एस्चुरी। ठीक है, तो बस ऑप्शन के हिसाब नाल देखो डेल्टा तो नहीं है इत्थे, तो इत्थे एस्चुरी हैगा, तो राइट आंसर की है एस्चुरी। जे नदी बहुत ज़्यादा फैल गई है ना, बहुत ज़्यादा गाद उन्हें बछाती, बहुत ज़्यादा नदी एक नदी के विचों बहुत ज़्यादा नदियाँ उत्थे निकल गई तो डेल्टा बन गया। जे डेल्टा नहीं बने तो एस्चुरी बनी है, सिंपल जी गल है। तो इत्थे ऑप्शन के एस्चुरी हैगा, राइट आंसर अपना एस्चुरी हैगा बई। ठीक है, चलो नैक्सट आओ। भारतीय कानून कमीशन की किहड़ी रिपोर्ट राष्ट्रीय सुरक्षा के विरुद्ध अपराधों बारे दसदी है? तो यह दसना भी भारतीय कानून कमीशन लॉ कमीशन ऑफ इंडिया की किहड़ी रिपोर्ट है, लॉ कमीशन ऑफ इंडिया की किहड़ी रिपोर्ट है जिहड़ी राष्ट्रीय सुरक्षा के विरुद्ध अपराध जिहड़े हुंदे हैं, मतलब अजिहे अपराध जिन्हां तो राष्ट्रीय सुरक्षा नूं खतरा हो सकता है ना, वो रिपोर्ट किहड़ी है? तो वो रिपोर्ट हैगी है जी 43rd रिपोर्ट। किहड़ी रिपोर्ट है? 43rd रिपोर्ट। नैक्सट क्वेश्चन पे आओ। लोक सभा के किन्ने मैंबर घट्टो घट्ट अविश्वास प्रस्ताव नूं चर्चा लई दाखिल करन लई समर्थन चाहिए है? तो अविश्वास प्रस्ताव की हुंदा है, आपां पॉलिटी च पढ़ के आए हैं, जदों आपां नूं ये विश्वास हो जाए कि जिहड़ी सरकार हैगी है इहदे कोल मेजोरिटी नहीं पूरी। ठीक है, सरकार चलाउण वास्ते बंदे चाहिए है ना, अद्ध तो एक वध, है ना, सिंपल मेजोरिटी तो चाहिए है, 50% + 1 ये तो चाहिए ही चाहिए है ना सरकार चलाउण वास्ते, घट्टो घट्ट 273 बंदियां दी तां मंजूरी होनी चाहिए है। तो जदों विरोधियों नूं लगदा है कि सरकार कोल बहुमत नहीं है, सरकार कोल बंदे पूरे नहीं है,
ਤਾਂ ਉਹ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਂਦੇ ਆ ਕਿ ਜੇ ਬਹੁਮਤ ਹੈ ਤਾਂ ਬਹੁਮਤ ਸਾਬਿਤ ਕਰੋ। ਠੀਕ ਹੈ, ਸਰਕਾਰ ਨੂੰ ਕਹਿੰਦੇ ਜੇ ਬਹੁਮਤ ਹੈ ਤਾਂ ਬਹੁਮਤ ਸਾਬਿਤ ਕਰੋ, ਪਰ ਇਹ ਨਹੀਂ ਹੁੰਦਾ ਕਿ ਇੱਕ ਬੰਦਾ ਚੱਕ ਕੇ ਅਵਿਸ਼ਵਾਸ ਪ੍ਰਸਤਾਵ ਲੈ ਕੇ ਆ ਜੇ। ਘੱਟੋ ਘੱਟ 50 ਮੈਂਬਰ ਤਾਂ ਚਾਹੀਦੇ ਆ ਬਈ। ਘੱਟੋ ਘੱਟ ਕਿੰਨੇ ਮੈਂਬਰ ਚਾਹੀਦੇ ਆ? 50 ਮੈਂਬਰ ਤਾਂ ਚਾਹੀਦੇ ਆ। ਓਕੇ, ਚਲੋ ਨੈਕਸਟ ਆਓ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਇੱਕ ਸਿਵਲ ਸਰਵੈਂਟ ਨੂੰ ਉਸ ਦੇ ਅਧੀਨ ਕਿਸੇ ਅਥਾਰਟੀ ਦੁਆਰਾ ਬਰਖਾਸਤ ਜਾਂ ਹਟਾਇਆ ਨਹੀਂ ਜਾ ਸਕਦਾ ਜਿਸ ਦੁਆਰਾ ਉਸ ਨੂੰ ਨਿਯੁਕਤ ਕਰਿਆ ਗਿਆ ਸੀਗਾ ਬਈ। ਠੀਕ ਹੈ, ਕਿਹੜਾ ਆਰਟੀਕਲ ਕਹਿੰਦਾ ਕਿ ਇੱਕ ਸਿਵਲ ਸਰਵੈਂਟ ਨੂੰ, ਠੀਕ ਹੈ, ਇੱਕ ਸਿਵਲ ਸਰਵੈਂਟ ਨੂੰ ਉਸ ਦੇ ਅਧੀਨ ਆ ਰਹੀ ਕਿਸੇ ਵੀ ਅਥਾਰਟੀ ਦੁਆਰਾ ਬਰਖਾਸਤ ਜਾਂ ਹਟਾਇਆ ਨਹੀਂ ਜਾ ਸਕਦਾ ਜਿਸ ਦੁਆਰਾ ਉਹਨਾਂ ਨੂੰ ਨਿਯੁਕਤ ਕਰਿਆ ਗਿਆ ਸੀਗਾ। ਇਹ ਸਿੰਪਲ ਜਿਹਾ ਆਰਟੀਕਲ ਹੈ, ਇਸ ਆਰਟੀਕਲ ਨੂੰ ਯਾਦ ਰੱਖਣਾ ਹੈ। ਆਰਟੀਕਲ 311 ਅਜਿਹਾ ਕੌਣ ਕਹਿੰਦਾ ਬਈ? ਅਜਿਹਾ ਕਹਿੰਦਾ ਆਰਟੀਕਲ 311। ਨੈਕਸਟ ਆਓ ਜੀ, ਭਾਰਤ ਵਿੱਚ ਹਿੰਦੂ ਮੈਰਿਜ ਐਕਟ। ਇਹ ਕੁਐਸਚਨ ਬਹੁਤ ਵਾਰ ਆਪਾਂ ਆਲਰੇਡੀ ਕਰ ਚੁੱਕੇ ਹਾਂ ਬਈ, 1955 ਦੀ ਗੱਲ ਹੈ। ਚਲੋ ਅੱਗੇ ਆਓ। ਹਾਂਜੀ, ਪੋਕਸੋ, ਠੀਕ ਹੈ, ਪੋਕਸੋ ਐਕਟ ਜਿਹੜਾ ਹੈਗਾ ਬਈ, ਇਸ ਦਾ ਪੂਰਾ ਮਤਲਬ ਕੀ ਹੈ? ਠੀਕ ਹੈ, ਇਹ ਬਹੁਤ ਨਿਊਜ਼ ਦੇ ਵਿੱਚ ਵੀ ਹੈ ਹੁਣ ਵੀ, ਕਿਉਂਕਿ ਉਹ ਤੁਹਾਨੂੰ ਪਤਾ ਹੋਣਾ ਜੰਤਰ ਮੰਤਰ ਦੇ ਉੱਤੇ ਪਹਿਲਵਾਨਾਂ ਦਾ ਧਰਨਾ ਲੱਗਿਆ ਹੋਇਆ ਹੈ। ਇੱਕ ਸੰਸਦ ਹੈਗੇ ਆ ਬ੍ਰਿਜ ਭੂਸ਼ਣ ਸਿੰਘ, ਉਹਨਾਂ ਦੇ ਖਿਲਾਫ, ਤਾਂ ਉਹਨਾਂ ਦੇ ਉੱਤੇ ਇਹ ਐਕਟ ਲੱਗਿਆ ਹੈ। ਠੀਕ ਹੈ, ਇਸ ਐਕਟ ਦੀ ਫੁੱਲ ਫਾਰਮ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਪੋਕਸੋ, ਤਾਂ ਪੋਕਸੋ ਦੀ ਫੁੱਲ ਫਾਰਮ ਹੈਗੀ ਹੈ ਜੀ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਅਫੈਂਸ ਐਕਟ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਡਾਇਰੈਕਟ ਆ ਸਕਦਾ ਹੈ। ਇਹ ਐਕਟ ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਇਹ ਐਕਟ ਆਇਆ ਕਦੋਂ, ਇਹ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਇਸ ਐਕਟ ਨੂੰ ਕਦੋਂ ਲੈ ਕੇ ਆਇਆ ਗਿਆ ਸੀਗਾ, ਤੇ ਥੋੜੇ ਟਾਈਮ ਪਹਿਲਾਂ ਇਹਦੇ 'ਚ ਸੰਸ਼ੋਧਨ ਵੀ ਹੋਇਆ, ਉਹ ਸੰਸ਼ੋਧਨ ਵੀ ਯਾਦ ਰੱਖ ਲਿਓ ਕਦੋਂ ਹੋਇਆ। ਨੈਕਸਟ ਆਓ ਜੀ, ਹਿਸਟਰੀ ਦਾ ਕੁਐਸਚਨ ਹੈ, ਫਰਾਇਜ਼ੀ ਲਹਿਰ ਕਿਸ ਲਈ ਲਹਿਰ ਸੀਗੀ? ਤਾਂ ਫਰਾਇਜ਼ੀ ਲਹਿਰ ਜਿਹੜੀ ਚੱਲੀ ਹੈ ਉਹ ਕਿਹਦੇ ਵਾਸਤੇ ਚੱਲੀ ਸੀਗੀ? ਤਾਂ ਇਹਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ, ਇੱਕ ਮੁਸਲਿਮ ਵਰਡ ਹੈਗਾ ਆ, ਤੇ ਇਹ ਧਰਮ ਵਾਸਤੇ ਚੱਲੀ ਸੀਗੀ ਲਹਿਰ। ਕਿਹਦੇ ਵਾਸਤੇ ਚੱਲੀ ਸੀਗੀ? ਧਰਮ ਵਾਸਤੇ। ਠੀਕ ਹੈ, ਯਾਦ ਰੱਖ ਲਿਓ ਇਹਨੂੰ। ਨੈਕਸਟ ਹੈ ਜੀ, ਕਿਸ ਸਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ ਸੀਆਰਪੀਐਫ ਦੀ ਗੱਲ ਹੋ ਰਹੀ ਹੈ ਜੀ। ਸੀਆਰਪੀਐਫ, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਕੇਂਦਰੀ ਰਿਜ਼ਰਵ ਪੁਲਿਸ ਬਲ, ਸੈਂਟਰਲ ਰਿਜ਼ਰਵ ਫੋਰਸ यानी सीआरपीएफ। ठीक है, क्राउन प्रतिनिधि पुलिस, क्राउन प्रतिनिधि, ठीक है जी, CRP ਦੇ ਰੂਪ ਦੇ ਵਿੱਚ ਹੋਂਦ ਵਿੱਚ ਆਇਆ ਸੀਗਾ। ਤਾਂ ਜਿਹੜੀ CRPF ਹੈ ਜਦੋਂ ਇਹ ਬਣੀ ਉਸ ਟਾਈਮ ਇਹਦਾ ਨਾਮ CRPF ਨਹੀਂ ਸੀਗਾ, ਉਸ ਟਾਈਮ ਇਹਦਾ ਨਾਮ ਸੀਗਾ ਜੀ CRP। ਕੀ ਨਾਮ ਸੀਗਾ? CRP, ਕਿਉਂਕਿ ਉਸ ਟਾਈਮ ਕਰਾਊਨ ਦਾ ਰਾਜ ਸੀਗਾ। ਕਿਹਦਾ ਰਾਜ ਸੀਗਾ? ਕਰਾਊਨ ਦਾ ਰਾਜ, ਯਾਨੀ ਅੰਗਰੇਜ਼ਾਂ ਦਾ ਰਾਜ ਸੀਗਾ। ਤਾਂ ਕਰਾਊਨ ਪ੍ਰਤੀਨਿਧੀ ਪੁਲਿਸ ਯਾਨੀ ਕਰਾਊਨ ਰਿਪਰੈਜ਼ੈਂਟੇਟਿਵ ਪੁਲਿਸ ਬਣੀ ਸੀਗੀ ਪਹਿਲਾਂ। ਇਹ ਗੱਲ ਹੈ 1939 ਦੀ। ਠੀਕ ਹੈ, ਕਰਾਊਨ ਰਿਪਰੈਜ਼ੈਂਟੇਟਿਵ ਪੁਲਿਸ ਬਣੀ 1939 ਦੇ ਵਿੱਚ। ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਆਪਾਂ ਨੇ ਇਹਦਾ ਨਾਮ ਰੱਖਿਆ CRPF। ਠੀਕ ਹੈ, CRPF। ਓਕੇ, ਤਾਂ ਬਾਕੀ ਜੇ ਇਹ ਜਿਹੜੇ 31 ਸੈੱਟ ਹੈਗੇ ਆ ਇਹਨਾਂ ਦੀ PDF ਤੁਹਾਨੂੰ ਸਾਡੀ ਐਪ ਤੋਂ ਮਿਲ ਜੂਗੀ। ਇਹ ਐਪ ਹੈਗੀ ਆਪਣੀ, ਇਹ ਡਾਊਨਲੋਡ ਕਰ ਲਿਓ। ਜਿਹੜੇ ਆਈਫੋਨ ਵਾਲੇ ਹੈਗੇ ਆ ਬਈ, ਇਹ ਮਾਈ ਇੰਸਟੀਚਿਊਟ ਐਪ ਨੂੰ ਡਾਊਨਲੋਡ ਕਰ ਲੈਣ। ਠੀਕ ਹੈ, ਇਹ 2 ਨੰਬਰ ਹੈਗੇ ਆ। ਜੇ PDF ਨਹੀਂ ਮਿਲਦੀ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ। ਜੇ ਕੋਈ ਕੋਰਸ ਕਿਸੇ ਵੀ ਤਰ੍ਹਾਂ ਦਾ ਸਟੱਡੀ ਮਟੀਰੀਅਲ ਹੈ ਤਾਂ ਇੱਥੇ ਤੁਹਾਨੂੰ ਮਿਲ ਜਾਏਗਾ, ਇਸ ਨੰਬਰ ਤੇ ਕੰਟੈਕਟ ਕਰ ਲਿਓ। ਠੀਕ ਹੈ, ਇਹ ਟੈਲੀਗ੍ਰਾਮ ਚੈਨਲ ਹੈ, ਜਰੂਰ ਜੁਆਇਨ ਕਰ ਲਿਓ। ਚਲੋ ਫਿਰ ਅੱਗੇ ਆ ਜਾਓ ਬਾਈ। ਹਾਂਜੀ, ਭਾਰਤ ਸਰਕਾਰ ਦੇ ਕਾਰਜਕਾਰੀ ਮਤੇ ਦੁਆਰਾ ਰਾਸ਼ਟਰੀ ਵਿਕਾਸ ਕੌਂਸਲ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀਗੀ? ਇਹ ਦੱਸਣਾ ਵੀ ਨੈਸ਼ਨਲ ਡਿਵੈਲਪਮੈਂਟ ਕੌਂਸਲ। ਇਹ ਯਾਰ ਇਹ ਕੁਐਸਚਨ ਦੁਬਾਰੇ ਆ ਗਏ। ਨੈਸ਼ਨਲ ਡਿਵੈਲਪਮੈਂਟ ਕੌਂਸਲ ਕਦੋਂ? 1952। ਨੈਸ਼ਨਲ ਡਿਵੈਲਪਮੈਂਟ ਕੌਂਸਲ 1952। ਚਲੋ ਅੱਗੇ ਆਓ। ਚੌਹਾਨ ਰਾਜਿਆਂ ਦੀ ਰਾਜਧਾਨੀ ਕਿਹੜਾ ਸ਼ਹਿਰ ਸੀਗਾ ਜੋ ਬਾਅਦ ਵਿੱਚ ਮੁਗਲਾਂ ਦਾ ਸੂਬਾ ਹੈੱਡਕੁਆਟਰ ਵੀ ਬਣਿਆ? ਠੀਕ ਹੈ, ਤਾਂ ਚੌਹਾਨ ਰਾਜਿਆਂ ਦੀ ਸਭ ਤੋਂ ਪਹਿਲਾਂ ਰਾਜਧਾਨੀ ਸੀਗੀ ਅਜੇਮੇਰੂ। ਕਿਹੜੀ ਸੀਗੀ? ਅਜੇਮੇਰੂ, ਜਿਹੜੀ ਬਾਅਦ ਦੇ ਵਿੱਚ ਅਜਮੇਰ ਦੇ ਨਾਂ ਤੋਂ ਫੇਮਸ ਹੋਈ ਹੈ। ਇਹਦਾ ਪੁਰਾਣਾ ਨਾਮ ਅਜੇਮੇਰੂ ਸੀਗਾ ਜੀ। ਅਜੇਮੇਰੂ ਅਜਮੇਰ ਰਾਜਸਥਾਨ ਦੇ ਵਿੱਚ। ਕਿੱਥੇ ਹੈ? ਰਾਜਸਥਾਨ ਦੇ ਵਿੱਚ। ਅੰਡਰਸਟੈਂਡ, ਯਾਦ ਰੱਖਣੀ ਹੈ। ਤੇ ਚੌਹਾਨਾਂ ਦਾ ਮੋਸਟ ਫੇਮਸ ਕਿੰਗ ਪ੍ਰਿਥਵੀਰਾਜ ਚੌਹਾਨ। ਤੇ ਪ੍ਰਿਥਵੀਰਾਜ ਚੌਹਾਨ ਨਾਲ ਰਿਲੇਟਡ ਤੁਸੀਂ 2 ਯੁੱਧ ਯਾਦ ਰੱਖ ਸਕਦੇ ਹੋ, 1191 ਦੇ ਵਿੱਚ ਹੋਇਆ ਤੇ 1192 ਦੇ ਵਿੱਚ। ਇਹ ਤਰਾਈਨ ਦੀ ਪਹਿਲੀ ਲੜਾਈ ਸੀਗੀ, ਇਹ ਤਰਾਈਨ ਦੀ ਦੂਜੀ ਲੜਾਈ ਹੈ। ਠੀਕ ਹੈ,
बाकी हिस्टरी मॉडर्न हिस्टरी या मेडिवल हिस्टरी आप पढ़ी हुई है ही है। चलो अगे आगे। किस संविधानिक शोध एक्ट ने भारतीय संविधान के अनुच्छेद 352 विच हथियारबंद विद्रोह द्वारा मूल वाकांश जिहड़ा सीगा जी अंदरूनी गड़बड़ ਉਹਨੂੰ बदल दिता। क्वेश्चन की है ਕਿਹੜੀ संविधानिक शोध हुई है जिसने भारतीय संविधान के अनुच्छेद 352 ਦੇ ਵਿੱਚ ਪਹਿਲਾਂ ਲਿਖਿਆ ਹੋਇਆ ਸੀਗਾ मूल वाकांश ਕਿਹੜਾ ਲਿਖਿਆ ਹੋਇਆ ਸੀਗਾ अंदरूनी गड़बड़। अंदरूनी गड़बड़ ਨੂੰ ਬਦਲਤਾ, ਉਹਦੀ ਥਾਂ ਤੇ ਕਿਹੜਾ ਵਰਡ ਆ ਗਿਆ हथियारबंद विद्रोह। ਕਿਹੜਾ ਵਰਡ ਆਇਆ हथियारबंद विद्रोह। ठीक है पॉलिटी च ਆਪਾਂ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਪੜਿਆ। ਮੈਂ ਫਿਰ ਵੀ ਤੁਹਾਨੂੰ ਜਲਦੀ ਚ ਥੋੜੇ ਜਿਹੇ ਪੁਆਇੰਟ ਇਹਦੇ ਬਾਰੇ ਦੱਸਦਾ। ਜਦੋਂ ਆਪਣਾ ओरिजिनल संविधान ਬਣਿਆ ਸੀਗਾ ਉਸ ਟਾਈਮ 352 ਆਰਟੀਕਲ ਦੇ ਵਿੱਚ ਲਿਖਿਆ ਸੀਗਾ ਕਿ ਕਿਸ ਤਰ੍ਹਾਂ ਆਪਾਂ ਦੇਸ਼ 'ਚ ਐਮਰਜੈਂਸੀ ਲਗਾ ਸਕਦੇ ਹਾਂ। ਠੀਕ ਹੈ ਕਿਸ ਤਰ੍ਹਾਂ ਆਪਾਂ ਦੇਸ਼ 'ਚ ਕੀ ਲਗਾ ਸਕਦੇ ਹਾਂ ਐਮਰਜੈਂਸੀ। ਤਾਂ ਤਿੰਨ ਕਾਰਨ ਦੱਸੇ ਸੀਗੇ। ਤਿੰਨ ਕਾਰਨਾਂ ਦੇ ਵਿੱਚੋਂ ਇੱਕ ਤਾਂ ਵਾਰ ਦੇ ਟਾਈਮ ਲੱਗ ਸਕਦੀ ਹੈ, ਇੱਕ ਐਕਸਟਰਨਲ ਐਗਰੈਸ਼ਨ ਦੇ ਟਾਈਮ। ਐਕਸਟਰਨਲ ਐਗਰੈਸ਼ਨ ਮਤਲਬ ਕੋਈ ਬਾਹਰੋਂ ਹਮਲਾ ਹੋ ਜਾਂਦਾ ਹੈ, ਬਾਹਰੀ ਆਕਰਮਣ ਦੇ ਟਾਈਮ। ਤੇ ਇੱਕ ਸੀਗਾ ਜੀ ਇੰਟਰਨਲ ਡਿਸਟਰਬੈਂਸ ਅੰਦਰੂਨੀ ਗੜਬੜ। ਇੰਟਰਨਲ ਡਿਸਟਰਬੈਂਸ ਅੰਦਰੂਨੀ ਗੜਬੜ ਇਹ ਸੀਗਾ ओरिजिनल ਸੰਵਿਧਾਨ ਦੇ ਵਿੱਚ। ਬਟ ਹੋਇਆ ਕੀ ਹੈ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀਗੀ, ਇੰਦਰਾ ਗਾਂਧੀ ਨੇ 1975 ਦੇ ਵਿੱਚ ਨਾ ਇੰਟਰਨਲ ਡਿਸਟਰਬੈਂਸ ਦਾ ਯੂਜ਼ ਕਰਕੇ ਐਮਰਜੈਂਸੀ ਲਗਾਤੀ। ਹੁਣ ਇੰਟਰਨਲ ਡਿਸਟਰਬੈਂਸ ਹੁੰਦਾ ਕੀ ਹੈ? ਇੰਟਰਨਲ ਡਿਸਟਰਬੈਂਸ ਦੀ ਕੋਈ ਪ੍ਰੋਪਰ ਡੈਫੀਨੇਸ਼ਨ ਨਹੀਂ ਸੀਗੀ। ਸਰਕਾਰ ਦੇ ਖਿਲਾਫ ਮਾਹੌਲ ਬਣ ਰਿਹਾ ਸੀ ਤਾਂ ਉਹਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤ ਹੈ ਜਿਹੜੀ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀ ਹੈ, ਦੇਸ਼ ਦੇ ਵਿੱਚ ਇੰਟਰਨਲ ਡਿਸਟਰਬੈਂਸ ਹੋਈ ਪਈ ਹੈ, ਦੇਸ਼ 'ਚ ਐਮਰਜੈਂਸੀ ਲਗਾਣੀ ਪਏਗੀ, ਤਾਂ ਉਹਨੇ ਐਮਰਜੈਂਸੀ ਲਗਾਤੀ। ਠੀਕ ਹੈ ਤਾਂ ਇੰਟਰਨਲ ਡਿਸਟਰਬੈਂਸ ਦਾ ਵੈਸੇ ਕੋਈ ਮਤਲਬ ਬਣਦਾ ਨਹੀਂ। ਤੁਸੀਂ ਆਪਣੇ ਵੱਲੋਂ ਵੀ ਇੰਟਰਨਲ ਡਿਸਟਰਬੈਂਸ ਕੁਝ ਵੀ ਮੰਨ ਸਕਦੇ ਹੋ। ਸਰਕਾਰ ਨੇ ਆਪਣੇ ਖਿਲਾਫ ਮਾਹੌਲ ਨੂੰ ਇੰਟਰਨਲ ਡਿਸਟਰਬੈਂਸ ਮੰਨ ਲਿਆ। ਠੀਕ ਹੈ ਤਾਂ ਜਦੋਂ ਐਮਰਜੈਂਸੀ ਹਟੀ, ਇਲੈਕਸ਼ਨ ਹੋਏ, ਇੰਦਰਾ ਗਾਂਧੀ ਦੀ ਸਰਕਾਰ ਚਲੀ ਗਈ, ਨਵੀਂ ਗਵਰਨਮੈਂਟ ਬਣੀ ਹੈ, मोरारजी देसाई ਜਿਹੜੇ ਸੀਗੇ ਉਹ ਪ੍ਰਾਈਮ ਮਿਨਿਸਟਰ ਬਣੇ ਆ। ਤਾਂ मोरारजी देसाई ਨੇ ਕੀ ਕਰਿਆ? मोरारजी देसाई ਨੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਇਹ ਇੰਟਰਨਲ ਡਿਸਟਰਬੈਂਸ ਵਰਡ ਹੀ ਹਟਾਤਾ। ਠੀਕ ਹੈ ਇਸ ਵਰਡ ਨੂੰ ਹਟਾਤਾ। ਇਹਨਾਂ ਦੀ ਥਾਂ ਤੇ ਇਸ ਇੰਟਰਨਲ ਡਿਸਟਰਬੈਂਸ ਦੀ ਥਾਂ ਤੇ ਨਵਾਂ ਵਰਡ ਉਹਨਾਂ ਨੇ ਇੰਟਰੋਡਿਊਸ ਕਰਿਆ ਹਥਿਆਰਬੰਦ ਵਿਦਰੋਹ। ਕਿਹੜਾ? ਹਥਿਆਰਬੰਦ ਵਿਦਰੋਹ। ਹੁਣ ਜਿਹੜਾ 352 ਆਰਟੀਕਲ ਹੈ ਇਹਦੇ ਤਹਿਤ ਜੇ ਐਮਰਜੈਂਸੀ ਲੱਗਦੀ ਹੈ ਤਾਂ ਤਿੰਨ ਕਾਰਨ ਹੋ ਸਕਦੇ ਆ, ਜਾਂ ਤਾਂ ਯੁੱਧ ਦੇ ਸਮੇਂ, ਜਾਂ ਐਕਸਟਰਨਲ ਅਗਰੈਸ਼ਨ ਬਾਹਰੀ ਆਕਰਮਣ ਦੇ ਸਮੇਂ, ਜਾਂ ਫਿਰ ਜੇ ਹਥਿਆਰਬੰਦ ਵਿਦਰੋਹ ਹੁੰਦਾ ਹੈ ਉਸ ਦੇ ਸਮੇਂ। ਇਹ ਸਾਰਾ ਕੁਝ ਕਦੋਂ ਹੋਇਆ? ਇਹ ਸਾਰਾ ਕੁਝ ਹੋਇਆ 44ਵੇਂ ਸੰਸ਼ੋਧਨ ਦੇ ਤਹਿਤ 1978 ਦੇ ਵਿੱਚ। 44ਵੇਂ ਸੰਸ਼ੋਧਨ ਦੇ ਤਹਿਤ 1978 ਦੇ ਵਿੱਚ। ਓਕੇ ਚਲੋ ਨੈਕਸਟ ਆਓ ਜੀ। ਭਾਰਤ ਦੇ ਸੰਵਿਧਾਨ ਦੀ ਕਿਹੜੀ ਧਾਰਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਵਿਵਸਥਾ ਕਰਦੀ ਹੈ ਜੋ ਰਾਸ਼ਟਰਪਤੀ ਨੂੰ ਉਹਦੇ ਕਾਰਜਾਂ ਦੀ ਵਰਤੋਂ ਅਤੇ ਸਹਾਇਤਾ ਲਈ ਸਲਾਹ ਦਿੰਦੀ ਹੈ? ਬਿਲਕੁਲ ਜਮੀ ਸੌਖਾ ਕੁਐਸਚਨ ਹੈ ਜੀ। ਕਿਹੜਾ ਆਰਟੀਕਲ ਹੈ ਜਿਹਦੇ ਚ ਪ੍ਰਧਾਨ ਮੰਤਰੀ ਮੰਡਲ ਦਾ ਜ਼ਿਕਰ ਆਉਂਦਾ ਸਭ ਤੋਂ ਪਹਿਲਾਂ? ਆਰਟੀਕਲ 74। ਆਰਟੀਕਲ 74 ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਆਪਾਂ ਪੋਲਿਟੀ ਚ ਬਹੁਤ ਵਾਰ ਪੜ੍ਹ ਵੀ ਚੁੱਕੇ ਹਾਂ। ਜਿਨ੍ਹਾਂ ਬੱਚਿਆਂ ਨੇ ਦੇਖੋ ਪੋਲਿਟੀ ਨਹੀਂ ਪੜ੍ਹੀ ਨਾ ਤਾਂ ਬਈ ਉਹਨਾਂ ਨੂੰ ਸਭ ਤੋਂ ਪਹਿਲੀ ਸਲਾਹ ਇਹੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟਾਂ ਚੈੱਕ ਕਰੋ। ਉੱਥੇ ਤੁਹਾਨੂੰ ਸੰਵਿਧਾਨ ਦੀ ਪਲੇਲਿਸਟਾਂ ਮਿਲਣਗੀਆਂ। ਦੋ ਪਲੇਲਿਸਟਾਂ ਹੈਗੀਆਂ, ਇੱਕ ਚ ਥਿਓਰੀ ਵਾਈਜ਼ ਕਰਾਇਆ ਹੋਇਆ, ਇੱਕ ਚ MCQ ਕਰਾਏ ਹੋਏ। ਠੀਕ ਹੈ ਹਾਂਜੀ। ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਕਿਸ ਸਾਲ ਹੋਇਆ ਸੀਗਾ? ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ 1950 ਚ ਹੋਇਆ ਸੀ ਭਾਈ। ਓਕੇ ਪਹਿਲਾਂ ਇਹਨੂੰ ਫੈਡਰਲ ਕੋਰਟ ਆਫ ਇੰਡੀਆ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀਗਾ? ਫੈਡਰਲ ਕੋਰਟ ਆਫ ਇੰਡੀਆ। ਨੈਕਸਟ ਆਓ। ਹੇਠਾਂ ਲਿਖਿਆਂ ਵਿੱਚੋਂ ਕਿਸ ਨੂੰ ਸਰਹੱਦੀ ਗਾਂਧੀ ਜਾਂ ਸੀਮਾਂਤ ਗਾਂਧੀ ਵੀ ਕਿਹਾ ਜਾਂਦਾ ਹੈ? ਹੋਰ ਕੀ ਕਿਹਾ ਜਾਂਦਾ ਹੈ? ਸੀਮਾਂਤ ਗਾਂਧੀ। ਹਿੰਦੀ ਚ ਆਪਾਂ ਇਹਨੂੰ ਸੀਮਾਂਤ ਗਾਂਧੀ ਬੋਲਦੇ ਹਾਂ, ਪੰਜਾਬੀ ਚ ਸਰਹੱਦੀ ਹੋ ਗਿਆ, ਅੰਗਰੇਜ਼ੀ ਚ ਫਰੰਟੀਅਰ ਗਾਂਧੀ ਹੋ ਗਿਆ। ਇਹ ਗੱਲ ਹੋ ਰਹੀ ਹੈ ਬਈ ਬਹੁਤ ਫੇਮਸ ਲੀਡਰ ਖਾਨ ਅਬਦੁਲ ਗਫਾਰ ਖਾਨ ਦੀ। ਖਾਨ ਅਬਦੁਲ ਗਫਾਰ ਖਾਨ ਦੀ ਗੱਲ ਹੋ ਰਹੀ ਹੈ। ਠੀਕ ਹੈ ਯਾਦ ਰੱਖਣਾ ਹੈ। ਇਹਨਾਂ ਨੂੰ ਦੂਜਾ ਗਾਂਧੀ ਵੀ ਕਿਹਾ ਜਾਂਦਾ ਹੈ। ਓਕੇ ਖਾਨ ਅਬਦੁਲ ਗਫਾਰ ਖਾਨ ਨੂੰ। ਤੇ ਇਹ ਫਸਟ ਫੋਰਨਰ ਹੈਗੇ ਆ ਜਿਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਮਿਲਿਆ, ਪਾਕਿਸਤਾਨ ਦੇ ਹੈਗੇ ਆ। ਠੀਕ ਹੈ ਨਾ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਕੌਣ ਹੈ? ਖਾਨ ਅਬਦੁਲ ਗਫਾਰ ਖਾਨ। ਯਾਦ ਰੱਖਣਾ ਹੈ ਬਈ। ਹਾਲਾਂਕਿ ਇਹ ਫਰੀडम फाइटर ਸੀਗੇ, ਆਜ਼ਾਦੀ ਦੀ ਲੜਾਈ ਇਹਨਾਂ ਨੇ ਲੜੀ ਹੈ, ਬਟ ਜਦੋਂ ਆਜ਼ਾਦੀ ਦੀ ਲੜਾਈ ਤੋਂ ਬਾਅਦ ਇਹਨਾਂ ਦਾ ਏਰੀਆ ਪਾਕਿਸਤਾਨ ਦੇ ਵਿੱਚ ਚਲਾ ਗਿਆ ਤਾਂ ਇਹ ਵੀ ਪਾਕਿਸਤਾਨ ਦੇ ਵਿੱਚ ਚਲੇ ਗਏ। ਠੀਕ ਹੈ ਯਾਦ ਰੱਖਣਾ। ਚਲੋ ਫਿਰ ਬਈ ਅੱਗੇ ਆ ਜਾਓ। 26 ਨਵੰਬਰ 1949 ਨੂੰ ਲਾਗੂ ਕੀਤੇ ਗਏ ਮੂਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਦਾ ਜ਼ਿਕਰ ਨਹੀਂ ਸੀ? ਤਾਂ 26 ਨਵੰਬਰ 1949 ਨੂੰ ਜਦੋਂ ਆਪਾਂ ਨੇ ਆਪਣਾ ਸੰਵਿਧਾਨ ओरिजिनल ਸੰਵਿਧਾਨ ਮੂਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਲਾਗੂ ਕਰਿਆ, ਜਾਂ ਸੰਵਿਧਾਨ ਨੂੰ ਹੀ ਲਾਗੂ ਕਰਿਆ ਗਿਆ। ਠੀਕ ਹੈ ਸੰਵਿਧਾਨ ਨੂੰ ਵੈਸੇ 26 ਜਨਵਰੀ ਨੂੰ ਲਾਗੂ ਕਰਿਆ ਸੀਗਾ। ਤਾਂ ਜਦੋਂ ਵੀ ਲਾਗੂ ਕਰਿਆ ਉਸ ਟਾਈਮ ਜਿਹੜੀ ਪ੍ਰਸਤਾਵਨਾ ਆਪਣੀ ਸੀਗੀ ਜੀ, ਉਸ ਟਾਈਮ ਜਿਹੜਾ ਆਪਣਾ ਪ੍ਰੀਐਮਬਲ ਸੀਗਾ ਉਹਦੇ ਵਿੱਚ ਕਿਹੜਾ ਵਰਡ ਨਹੀਂ ਸੀ?
ਤਾਂ ਪੋਲਿਟੀ ਆਪਾਂ ਨੇ ਪੜ੍ਹੀ ਹੈ ਨਾ, ਉੱਥੇ ਆਪਾਂ ਪੜ੍ਹਦੇ ਹਾਂ ਕਿ ਜਦੋਂ 42ਵਾਂ ਸੰਸ਼ੋਧਨ ਹੋਇਆ ਸੰਵਿਧਾਨ ਦਾ ਤਾਂ ਪ੍ਰਸਤਾਵਨਾ ਦੇ ਵਿੱਚ ਆਪਾਂ ਨੇ 3 ਨਵੇਂ ਸ਼ਬਦ ਜੋੜੇ, ਕਿਹੜੇ ਸੈਕੂਲਰ, ਸੋਸ਼ਲਿਸਟ, ਹਨਾ, ਸਮਾਜਵਾਦੀ ਅਤੇ ਇੰਟੀਗ੍ਰਿਟੀ, ਹਨਾ, ਧਰਮ ਨਿਰਪੇਖ, ਸਮਾਜਵਾਦੀ ਤੇ ਅਖੰਡਤਾ, ਇਹ ਸ਼ਬਦ ਜੋੜੇ ਗਏ ਸੀਗੇ। ਤਾਂ ਕਿਹੜਾ ਸ਼ਬਦ ਹੋ ਗਿਆ? ਸੈਕੂਲਰ ਸ਼ਬਦ, ਜਿਹੜਾ ਓਰੀਜਨਲ ਦੇ ਵਿੱਚ ਨਹੀਂ ਸੀ, ਬਾਅਦ ਚ ਜੋੜਿਆ ਗਿਆ। ਓਰੀਜਨਲ ਵਿੱਚ ਨਹੀਂ ਸੀ, ਕਦੋਂ ਜੋੜਿਆ ਗਿਆ? ਬਾਅਦ ਵਿੱਚ ਜੋੜਿਆ ਗਿਆ। ਚਲੋ ਅੱਗੇ ਆਓ। ਹਾਂਜੀ, ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਟੀਚੇ 6 ਦਾ ਉਦੇਸ਼ ਕੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ, ਬਹੁਤ ਇੰਪੋਰਟੈਂਟ। ਦੇਖੋ ਬਈ, ਯੂਐਨ ਨੇ ਕੁਝ ਆਪਣੇ ਗੋਲ ਰੱਖੇ ਹੋਏ ਆ, ਸਸਟੇਨੇਬਲ ਡਿਵੈਲਪਮੈਂਟ ਗੋਲ, SDG ਜਿਨ੍ਹਾਂ ਨੂੰ ਆਪਾਂ ਬੋਲਦੇ ਆ SDG, ਠੀਕ ਹੈ। ਕਿੰਨੇ ਸਸਟੇਨੇਬਲ ਡਿਵੈਲਪਮੈਂਟ ਗੋਲ ਹੈ? ਕੌਣ ਦੱਸੇਗਾ ਕਮੈਂਟ ਕਰਕੇ? ਮੈਂ ਪਹਿਲਾਂ ਵੀ ਕੁਐਸਚਨ ਕਰਾਇਆ ਹੈ ਇਹੋ ਜਿਹਾ। ਟੋਟਲ ਕਿੰਨੇ SDG ਹੈਗੇ ਆ? ਟੋਟਲ ਸਸਟੇਨੇਬਲ ਡਿਵੈਲਪਮੈਂਟ ਗੋਲ ਕਿੰਨੇ ਆ? ਇਹ ਜ਼ਰੂਰ ਦੱਸਣਾ ਕਮੈਂਟ ਕਰਕੇ। ਤੇ ਉਸ ਤੋਂ ਵੀ ਜ਼ਿਆਦਾ ਜੇ ਤੁਸੀਂ ਇਹ ਯਾਦ ਕਰ ਸਕਦੇ ਹੋ ਕਿ ਕਿਹੜਾ ਡਿਵੈਲਪਮੈਂਟ ਗੋਲ ਕੀ ਹੈ, ਤਾਂ ਫਿਰ ਤਾਂ ਸਮਝੋ ਕਿ ਕੁਐਸਚਨ ਤੁਹਾਡਾ ਕਵਰ ਹੀ ਹੋ ਗਿਆ। ਤਾਂ ਹਰ ਇੱਕ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਆਪਾਂ ਨੇ ਰੱਖਿਆ ਹੋਇਆ ਕਿ ਆਪਾਂ ਨੂੰ ਇਹ ਗੋਲ ਕਵਰ ਕਰਨਾ ਹੈ, ਇਹ ਗੋਲ ਕਵਰ ਕਰਨਾ ਹੈ, ਠੀਕ ਹੈ। ਤਾਂ ਇਹਨਾਂ ਨੇ ਪੁੱਛਿਆ ਕਿਹੜਾ? ਇਹਨਾਂ ਨੇ 6ਵਾਂ ਪੁੱਛਿਆ ਬਈ। ਕਿਹੜਾ ਪੁੱਛਿਆ? 6ਵਾਂ ਪੁੱਛਿਆ। ਤਾਂ 6ਵਾਂ ਸਸਟੇਨੇਬਲ ਡਿਵੈਲਪਮੈਂਟ ਗੋਲ ਆਪਣਾ ਕਿਹੜਾ ਹੈ? ਤਾਂ 6ਵਾਂ ਸਸਟੇਨੇਬਲ ਡਿਵੈਲਪਮੈਂਟ ਗੋਲ ਆਪਣਾ ਹੈਗਾ ਆ ਕਿ ਆਪਾਂ ਨੇ ਪਾਣੀ ਅਤੇ ਸੈਨੀਟੇਸ਼ਨ ਦਾ ਪ੍ਰਬੰਧ ਕਰਨਾ ਸਾਰਿਆਂ ਵਾਸਤੇ, ਠੀਕ ਹੈ। ਪਾਣੀ ਅਤੇ ਸੈਨੀਟੇਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਸਾਰਿਆਂ ਵਾਸਤੇ। ਇਹ ਹੈਗਾ ਆਪਣਾ 6ਵਾਂ ਸਸਟੇਨੇਬਲ ਡਿਵੈਲਪਮੈਂਟ ਗੋਲ। ਓਕੇ, ਚਲੋ ਫਿਰ ਅਗਲੇ ਕੁਐਸਚਨ ਤੇ ਆ ਜਾਓ। ਰਾਜਾ ਲਲਿਤਾ ਆਦਿਤਿਆ ਮੁਕਤਾ ਪੀੜ, ਬਹੁਤ ਫੇਮਸ ਪਰਸਨੈਲਿਟੀ, ਬਹੁਤ ਇੰਡੀਆ ਦੇ ਬਹੁਤ ਮਤਲਬ ਮਹਾਨ ਰਾਜਾ ਦੇ ਵਿੱਚੋਂ ਇੱਕ ਰਾਜਾ ਹੈ। ਬੇਸ਼ੱਕ ਤੁਸੀਂ ਪਹਿਲਾਂ ਨਹੀਂ ਸੁਣਿਆ, ਠੀਕ ਹੈ, ਕਿਉਂਕਿ ਹਿਸਟਰੀ ਦੇ ਵਿੱਚ ਇਹਨਾਂ ਨੂੰ ਇਗਨੋਰ ਕਰਕੇ ਹੀ ਚੱਲਿਆ ਗਿਆ, ਠੀਕ ਹੈ। ਬਹੁਤ ਘੱਟ ਇਹਨਾਂ ਬਾਰੇ ਪੜ੍ਹਨ ਨੂੰ ਮਿਲਦਾ ਹੈ। ਤਾਂ ਇਹਨਾਂ ਨੇ ਦੱਸਣਾ ਵੀ ਇਹਨਾਂ ਬਾਰੇ ਦੱਸੋ ਕਿ ਰਾਜਾ ਲਲਿਤਾ ਮੁਕਤਾ ਪੀੜ ਦਾ ਰਾਜ ਕਿਹੜੇ ਏਰੀਏ ਦੇ ਉੱਤੇ ਸੀਗਾ? ਤਾਂ ਇਹ ਸੀਗੇ ਕਸ਼ਮੀਰ ਦੇ ਰਾਜਾ। ਕਿੱਥੋਂ ਦੇ ਸੀਗੇ? ਕਸ਼ਮੀਰ ਦੇ ਰਾਜਾ ਸੀਗੇ ਬਈ, ਠੀਕ ਹੈ। ਇਹਨਾਂ ਦਾ ਵੰਸ਼ ਕਸ਼ਮੀਰ ਤੋਂ ਸ਼ੁਰੂ ਹੋਇਆ ਸੀ, ਹਾਲਾਂਕਿ ਇਹਨਾਂ ਦਾ ਏਰੀਆ ਇੱਕ ਟਾਈਮ ਦੇ ਵਿੱਚ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀਗਾ। ਨੈਕਸਟ ਆਓ। ਅਪ੍ਰੈਲ 2021 ਤੱਕ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਵਿੱਚੋਂ ਕੌਣ ਸੀ? ਤਾਂ ਅਪ੍ਰੈਲ ਤੱਕ ਲਾ ਲਓ, ਚਾਹੇ ਹੁਣ ਤੱਕ ਲਾ ਲਓ, ਹੁਣ ਤੱਕ ਵੀ 2023 ਤੱਕ ਵੀ, ਠੀਕ ਹੈ ਨਾ। ਸਭ ਤੋਂ ਲੰਬੇ ਟਾਈਮ ਤੱਕ ਪ੍ਰਧਾਨ ਮੰਤਰੀ ਕੌਣ ਰਹੇ ਹੋਏ ਹੈ? ਜਵਾਹਰ ਲਾਲ ਨਹਿਰੂ, ਠੀਕ ਹੈ। ਜਵਾਹਰ ਲਾਲ ਨਹਿਰੂ 16 ਸਾਲ ਤੋਂ ਵੀ ਜ਼ਿਆਦਾ ਟਾਈਮ ਇਹ ਪ੍ਰਧਾਨ ਮੰਤਰੀ ਰਹੇ ਹੈ। ਓਕੇ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ। ਚਲੋ ਅੱਗੇ ਆਓ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਮਰਾਠੀ ਲੇਖਕ ਆਤਮ ਕਥਾ ਮਾਜੀਆ ਜਲਮਾਚੀ ਚਿੱਤਰ ਕਥਾ ਦਾ ਲੇਖਕ ਹੈ? ਤਾਂ ਇੱਕ ਮਰਾਠੀ ਕਿਤਾਬ ਹੈਗੀ ਹੈ ਜੀ, ਆਤਮ ਕਥਾ ਹੈਗੀ ਹੈ ਇਹ, ਮਾਜੀਆ ਜਲਮਾਚੀ ਚਿੱਤਰ ਕਥਾ। ਇਹ ਕਿਹਨੇ ਲਿਖੀ ਆ? ਤਾਂ ਇਹ ਲਿਖੀ ਹੈ ਬਈ ਮਰਾਠੀ ਲੇਖਕ शांताबाई कुसांजी कांबले ने, ठीक है, SK कांबले इन्हां द्वारा लिखी गई है। तो एक क्वेश्चन पिछली बार SSC ने पूछा हुआ सी, ठीक है। तो ये अपने 30 क्वेश्चन हो गए। डाउट कोई क्वेरी इत्थे मैसेज कर दिओ मैनू, ठीक है, इत्थे मेरे नाल जुड़ सकते हो। तो इन्हां दी 31 ਦੇ 31 सैटां दी PDF मैं तुहानूं पहलां भी कहा, ਜਿਹੜੇ ਬੱਚਿਆਂ ਨੇ ਬਾਅਦ ਚ ਵੀਡੀਓ ਸ਼ੁਰੂ ਕਰੀ ਹੈ ਜਾਂ ਸਕਿਪ ਕਰ ਗਏ ਤਾਂ ਸੁਣ ਲਓ ਬਈ, ਤੁਹਾਨੂੰ ਟੈਲੀਗ੍ਰਾਮ ਤੋਂ ਵੀ ਮਿਲ ਜੇਗੀ, ਐਪ ਤੋਂ ਵੀ ਮਿਲ ਜੇਗੀ। ਜੇ ਫਿਰ ਵੀ ਨਹੀਂ ਮਿਲ ਰਹੀ ਮੈਨੂੰ ਇੱਥੇ ਮੈਸੇਜ ਕਰ ਦਿਓ, ਮੈਂ ਪ੍ਰੋਵਾਈਡ ਕਰਾ ਦਾਂਗਾ ਇਹਨਾਂ 31 ਸੈਟਾਂ ਦੀ ਪ੍ਰੈਕਟਿਸ PDF। ਪ੍ਰੈਕਟਿਸ PDF ਦਾ ਮਤਲਬ ਹੈ ਉਹਦੇ ਚ ਆਨਸਰ ਮਾਰਕ ਨਹੀਂ ਹੋਣਗੇ ਬਈ, ਠੀਕ ਹੈ। ਇਹ ਤੁਹਾਨੂੰ ਪ੍ਰੋਵਾਈਡ ਹੋ ਜੇਗੀ। ਬਾਕੀ ਜਿਹੜੇ ਪੇਡ ਵਾਲੇ ਸਟੂਡੈਂਟ ਹੈਗੇ ਆ ਉਹਨਾਂ ਤੇ मतलब आंसर वाली भी मिल जूगी उन्होंने तो दूजी भी मिल जूगी, टेंशन नहीं, ठीक है, ओके। बाकी अपने बैच चलते हैं, पटवारी का पेपर तो खैर हो गया हूँ, ठीक है। बाकी होर जिहड़े हैगे उन्होंने वास्ते तुसीं तैयारी कर सकते हो। पॉलिटी का बैच है, मैथ का बैच है जी सुपर इंपोर्टेंट, इत्थे मैथ का बैच ये हैगा। इस बैच के उत्ते जे तुसीं कूपन लगाओगे ना ASR 30 तो तुहानूं 30% ऑफ मिल जाएगा, ठीक है, ओके। बाकी ये सारे पेपरों की तैयारी वास्ते बैच हैगे आ। कोई भी डाउट क्वेरी है मैनू मैसेज कर दो, ठीक है, ओके, थैंक यू। हुण अपनी प्रतापी सीरीज निबड़ चुकी है, कोई होर आपां हुण जिवें साइंस है साइंस ते फोकस करांगे, ठीक है, ओके, थैंक यू।